ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਇੱਕ ਪੁਜਾਰੀ ਬ੍ਰਾਹਮਣ ਦੇ ਘਰ ਦੁੱਧ ਲਈ ਗਾਂ ਜਾਂ ਮੱਝ ਨਹੀਂ ਸੀ। ਬੱਚੇ ਦੁੱਧ ਵੱਲੋਂ ਤੰਗ ਸਨ। ਪਰਿਵਾਰ ਪਰੇਸ਼ਾਨ ਸੀ। ਪੰਡਤਾਣੀ ਰੋਜ਼ਾਨਾ ਮਗਜ ਖਪਾਈ ਕਰਦੀ ਸੀ। ਅਖੇ ਇਹੋ ਜਿਹੇ ਜਜਮਾਨ ਤੇਰੇ ਜੋ ਆਪਣੇ ਪ੍ਰੋਧ ਦਾ ਖਿਆਲ ਨਹੀਂ ਰੱਖਦੇ, ਜਾਂ ਤੂੰ ਹੀ ਇੰਨਾ ਨਿਕੰਮਾ ਹੈ ਕਿ ਜਜਮਾਨ ਤੈਨੂੰ ਪਸੰਦ ਨਹੀਂ ਕਰਦੇ। ਸੋਚਾਂ ਸੋਚਦਾ ਰਿਹਾ, ਸਕੀਮਾਂ ਬਣਾਉਂਦਾ ਰਿਹਾ। ਕੁਝ ਦਿਨਾਂ ਬਾਅਦ ਸਰਾਧ ਆ ਗਏ। ਲੱਗੇ ਨਿਉਂਦੇ ਵਾਸਤੇ ਬੁਲਾਵੇ ਆਉਣ, ਕਦੀ ਕਿਸੇ ਦੇ ਘਰ ਆਲੀਸ਼ਾਨ ਖਾਣੇ, ਕਦੀ ਕਿਸੇ ਹੋਰ ਦੇ ਘਰ। ਇੱਕ ਸਰਦੇ ਪੁੱਜਦੇ ਪਰਿਵਾਰ ਦਾ ਬਜ਼ੁਰਗ ਚਲਾਣਾ ਕਰ ਗਿਆ ਸੀ। ਉਸ ਦੇ ਨਿਮਿਤ ਬ੍ਰਾਹਮਣ ਨੂੰ ਸਰਾਧ ਖਾਣ ਵਾਸਤੇ ਉਹਨਾਂ ਦੇ ਘਰ ਬੁਲਾਵਾ ਭੇਜਿਆ ਗਿਆ। ਵਕਤ ਸਿਰ ਪ੍ਰੋਹਤ ਪਹੁੰਚ ਗਿਆ। ਘਰ ਵਾਲਿਆਂ ਨੇ ਖੂਬ ਸੇਵਾ ਕੀਤੀ, ਕੱਪੜੇ ਦਿੱਤੇ, ਭਾਂਡੇ ਤੇ ਨਗਦ ਰੁਪਏ ਵੀ ਦਿੱਤੇ। ਸਾਰੀ ਸੇਵਾ ਕਰ ਚੁੱਕਣ ਤੋਂ ਬਾਅਦ ਸਾਰਿਆਂ ਨੇ ਸਰਾਧਾਂ ਬਾਰੇ ਪੰਡਿਤ ਜੀ ਤੋਂ ਕਥਾ ਸੁਣੀ। ਉੱਪਰ ਬਜ਼ੁਰਗ ਕਿੱਥੇ ਰਹਿੰਦੇ ਹਨ, ਉਹਨਾਂ ਦਾ ਉੱਥੇ ਜੀਵਨ ਕਿਹੋ ਜਿਹਾ ਹੈ, ਰਹਿਣ ਸਹਿਣ ਦੇ ਢੰਗ ਤਰੀਕੇ ਕਿਹੋ ਜਿਹੇ ਹਨ, ਵਿਹਲੇ ਰਹਿੰਦੇ ਹਨ ਜਾਂ ਕੋਈ ਉਹਨਾਂ ਨੂੰ ਕੰਮ ਵੀ ਕਰਨਾ ਪੈਂਦਾ ਹੈ। ਉੱਥੇ ਰਾਤ ਦਿਨ ਸਾਡੇ ਵਾਂਗ ਹੀ ਹੁੰਦੇ ਹਨ। ਰੌਸ਼ਨੀ ਦਾ, ਇਸ਼ਨਾਨ ਆਦਿ ਦਾ ਕੀ ਪ੍ਰਬੰਧ ਹੁੰਦਾ ਹੈ ਉੱਥੇ? ਬ੍ਰਾਹਮਣ ਅਟਕਲ ਪੱਚੂ ਜਿਹੇ ਲਾ ਕੇ ਗੱਪਾਂ ਗੱਲਾਂ ਸੁਣਾਉਂਦਾ ਰਿਹਾ। ਅਖੀਰ ਤੇ ਬ੍ਰਾਹਮਣ ਕਹਿਣ ਲੱਗਿਆ, ਜਜਮਾਨ, ਤੁਹਾਡੇ ਬਜ਼ੁਰਗ ਨਾਲ ਮੇਰਾ ਬਹੁਤ ਪਿਆਰ ਸੀ। ਜੀਵਨ ਦਾ ਬਹੁਤਾ ਸਮਾਂ ਅਸੀਂ ਇਕੱਠਿਆਂ ਨੇ ਬਿਤਾਇਆ ਹੈ। ਤੁਹਾਡੇ ਪਿਤਾ ਜੀ ਮੈਨੂੰ ਰਾਤੀਂ ਸੁਪਨੇ ਵਿੱਚ ਮਿਲੇ ਸੀ। ਬਾਕੀ ਤਾਂ ਸਭ ਉਹਨਾਂ ਦਾ ਸਮਾਂ ਵਧੀਆ ਲੰਘ ਰਿਹਾ ਹੈ। ਕਹਿੰਦੇ ਸੀ ਕਿ ਦੁੱਧ ਵੱਲੋਂ ਬਹੁਤ ਤੰਗੀ ਹੈ। ਘਰ ਦੇ ਮੁਖੀ ਨੇ ਪੁੱਛਿਆ, ਫਿਰ ਪੰਡਿਤ ਜੀ ਕੀ ਕੀਤਾ ਜਾ ਸਕਦਾ ਹੈ, ਦੱਸੋ ਤੁਸੀਂ। ਪੰਡਿਤ ਜੀ ਨੇ ਕਿਹਾ, ਜਜਮਾਨ, ਦੁੱਧ ਦੇਣ ਵਾਲੀ ਵਧੀਆ ਮੱਝ ਦਾਨ ਕਰ ਦਿਓ। ਮਾਲਕ ਨੇ ਤੁਰੰਤ ਮੰਤਰ ਪੜ੍ਹਾ ਕੇ ਮੱਝ ਦਾਨ ਕਰ ਦਿੱਤੀ ਤੇ ਪੰਡਿਤ ਜੀ ਲੈ ਕੇ ਘਰ ਨੂੰ ਪਹੁੰਚ ਗਏ। ਮੱਝ ਬ੍ਰਾਹਮਣ ਦੇ ਘਰ ਪਹੁੰਚ ਗਈ। ਉਸਦੇ ਤਾਂ ਵਾਰੇ ਨਿਆਰੇ ਹੋ ਗਏ। ਸਾਰੇ ਖੁਸ਼ ਸਨ। ਜਜਮਾਨ ਦੇ ਘਰ ਦੁੱਧ ਵਾਲੀ ਹੋਰ ਮੱਝ ਹੈ ਨਹੀਂ ਸੀ। ਦੁੱਧ ਮੁੱਲ ਲੈਣਾ ਪੈ ਗਿਆ। ਆਉਂਦੇ ਜਾਂਦੇ ਆਪਣੀ ਮੱਝ ਬ੍ਰਾਹਮਣ ਦੇ ਘਰ ਖੜੀ ਦਿਸੇ ਤਾਂ ਹੌਲ ਪੈਣ ਕਿ ਆਹ ਕੀ ਕਰ ਬੈਠੇ। ਜੇ ਮੱਝ ਪਿਤਾ ਕੋਲ ਨਹੀਂ ਗਈ ਤਾਂ ਪਹਿਲਾਂ ਦਿੱਤਾ ਗਿਆ ਸਮਾਨ ਫਿਰ ਕਿਵੇਂ ਗਿਆ ਹੋਵੇਗਾ? ਉਹ ਵੀ ਇਸ ਬ੍ਰਾਹਮਣ ਦੇ ਘਰ ਹੀ ਵਰਤਿਆ ਹੋਵੇਗਾ। ਇਸ ਨੂੰ ਤਾਂ ਪਿੰਡ ਵਾਲੇ ਹੋਰ ਲੋਕ ਵੀ ਬਹੁਤ ਦਾਨ ਕਰਦੇ ਨੇ। ਕੀ ਉਹ ਸਾਰਾ ਫਿਰ ਇਸ ਦੇ ਘਰੇ ਹੀ ਰਹਿ ਜਾਂਦਾ ਹੈ? ਸਿਰ ਵਿੱਚ ਕੜਮੱਸ ਜਿਹਾ ਮਚਿਆ ਹੋਇਆ ਸੀ। ਸੋਚਾਂ ਸੋਚਦਿਆਂ ਇੱਕ ਰਾਹ ਕੱਢਿਆ ਤੇ ਪ੍ਰੋਹਿਤ ਦੇ ਘਰ ਚਲਾ ਗਿਆ। ਬ੍ਰਾਹਮਣ ਨੇ ਆਓ ਭਗਤ ਕਰਕੇ ਭਾਈ ਸਾਹਿਬ ਨੂੰ ਬਿਠਾਇਆ। ਆਉਣ ਦਾ ਕਾਰਨ ਪੁੱਛਿਆ। ਸਿੱਖ ਭਾਈ ਆਖਣ ਲੱਗਿਆ, ਰਾਤੀਂ ਸੁਪਨੇ ਵਿੱਚ ਮੈਨੂੰ ਬਾਪੂ ਜੀ ਮਿਲੇ ਸੀ। ਉਹ ਕਹਿੰਦੇ ਸਨ, ਮੇਰੇ ਗੋਡਿਆਂ ਵਿੱਚ ਦਰਦ ਬਹੁਤ ਹੁੰਦਾ ਹੈ। ਜਦੋਂ ਸੁਰਗਵਾਸ ਨਹੀਂ ਹੋਏ ਸਨ, ਉਸ ਸਮੇਂ ਅਸੀਂ ਕਿਸੇ ਸਿਆਣੇ ਨੂੰ ਬੁਲਾ ਕੇ ਬਾਪੂ ਜੀ ਦੇ ਗੋਡਿਆਂ 'ਤੇ ਗਰਮ ਰਾੜਾਂ ਨਾਲ ਦਾਗ ਦਿੰਦੇ ਸਾਂ। ਪਿਤਾ ਜੀ ਨੇ ਕਿਹਾ ਕਿ ਹੁਣ ਫੇਰ ਉਹੀ ਕੰਮ ਕਰੋ, ਦਰਦ ਬਹੁਤ ਹੋ ਰਿਹਾ ਹੈ, ਕਰੋ ਪ੍ਰਬੰਧ। ਫਿਰ ਜਜਮਾਨ ਕਰੋ ਪ੍ਰਬੰਧ। ਪੰਡਿਤ ਜੀ, ਪਹਿਲਾਂ ਸਾਰਾ ਸਮਾਨ ਤੁਸੀਂ ਉੱਪਰ ਪਹੁੰਚਾਉਂਦੇ ਸੀ, ਹੁਣ ਵੀ ਤੁਸੀਂ ਹੀ ਖੇਚਲ ਕਰਨੀ ਹੈ। ਪੰਡਿਤ ਜੀ ਕਹਿਣ ਲੱਗੇ, ਹਾਂ ਹਾਂ, ਦੱਸੋ ਮੈਂ ਕੀ ਸੇਵਾ ਕਰ ਸਕਦਾ ਹਾਂ। ਸਿੱਖ ਭਾਈ ਕਹਿਣ ਲੱਗਿਆ, ਪੰਡਿਤ ਜੀ, ਸਾਡੇ ਬਾਪੂ ਜੀ ਦੇ ਗੋਡੇ ਦਰਦ ਕਰਦੇ ਹਨ। ਦੂਜਾ, ਉਹ ਅਫੀਮ ਖਾਣ ਦਾ ਵੀ ਪੱਕਾ ਆਦੀ ਸੀ। ਪੰਡਿਤ ਕਹਿਣ ਲੱਗਿਆ, ਫਿਰ ਕੀ ਕਰਨਾ ਚਾਹੁੰਦੇ ਹੋ? ਸਿੱਖ ਭਾਈ ਬੋਲਿਆ, ਇੱਕ ਤਾਂ ਜੀ ਸਾਲ ਭਰ ਵਾਸਤੇ ਅਸੀਂ ਪਾਈਆ ਅਫੀਮ ਉੱਪਰ ਭੇਜਣੀ ਚਾਹੁੰਦੇ ਹਾਂ। ਦੂਜਾ, ਪਿਤਾ ਜੀ ਵਾਸਤੇ ਤੁਹਾਡੇ ਗੋਡਿਆਂ ਨੂੰ ਗਰਮ ਰਾੜਾਂ ਦੇ ਨਾਲ ਦਾਗ ਦੇਣੇ ਚਾਹੁੰਦੇ ਹਾਂ। ਪੰਡਿਤ ਬੋਲਿਆ, ਜਜਮਾਨ, ਇਹ ਕੀ ਕਹਿ ਰਹੇ ਹੋ? ਮੇਰੇ ਗੋਡਿਆਂ ਨੂੰ ਦਿੱਤੇ ਦਾਗ ਉੱਪਰ ਥੋੜ੍ਹਾ ਹੀ ਪਹੁੰਚ ਜਾਣਗੇ। ਨਾਲੇ ਪਾਈਆ ਅਫੀਮ ਖਵਾ ਕੇ ਮੈਨੂੰ ਮਾਰਨਾ ਚਾਹੁੰਦੇ ਹੋ? ਨਾ ਭਾਈ ਨਾ, ਇਹ ਕੰਮ ਨਹੀਂ ਹੋ ਸਕਣਾ ਮੈਥੋਂ। ਸਿੱਖ ਆਖਣ ਲੱਗਿਆ, ਪੰਡਿਤ ਜੀ, ਫਿਰ ਮੱਝ ਵੀ ਤੁਹਾਡੇ ਘਰ ਹੀ ਖਲੋਤੀ ਹੈ, ਉੱਪਰ ਕਿਧਰੇ ਗਈ ਤਾਂ ਹੈ ਨਹੀਂ। ਫਿਰ ਸਾਡੀ ਮੱਝ ਵੀ ਸਾਨੂੰ ਵਾਪਸ ਕਰ ਦਿਓ, ਅਸੀਂ ਆਪ ਹੀ ਉੱਪਰ ਭੇਜ ਦੇਵਾਂਗੇ ਜੇ ਲੋੜ ਪਈ ਤਾਂ। ਬਾਕੀ ਜੋ ਕੁਝ ਖਾ ਗਏ ਸੋ ਖਾ ਗਏ। ਸਿੱਖ ਮੱਝ ਅਤੇ ਉਸਦੀ ਕੱਟੀ ਨੂੰ ਲੈ ਕੇ ਘਰ ਆ ਗਿਆ। ਪਰਿਵਾਰ ਨੂੰ ਚਾਅ ਚੜ੍ਹ ਗਿਆ। ਉਧਰ ਬ੍ਰਾਹਮਣ ਦੇ ਘਰ ਤਾਂ ਸਮਝ ਲਓ ਸੱਥਰ ਵਿਛ ਗਿਆ। ਸੋਚੀ ਜਾਵੇ ਕਿ ਇਸ ਉੱਲੂ ਦੇ ਪੱਠੇ ਬਾਰੇ ਜੇ ਪਤਾ ਲੱਗ ਜਾਂਦਾ, ਮੱਝ ਕਿਧਰੇ ਮੰਡੀ ਵਿੱਚ ਵੇਚ ਆਉਂਦਾ, ਉਸ ਦੀ ਥਾਵੇਂ ਕੋਈ ਹੋਰ ਮੱਝ ਲੈ ਆਉਂਦਾ।
इस उल्लू ਨੂੰ ਕਹਿ ਦਿੰਦਾ ਮੱਝ ਤੇਰੇ ਬਾਪੂ ਕੋਲ ਪਹੁੰਚ ਗਈ ਹੈ, ਪਰ ਗੋਡਿਆਂ ਨੂੰ ਦਾਗ ਲਾਉਣ ਦੀ ਗੱਲ ਬੜੀ ਕਸੂਤੀ ਕਰ ਰਿਹਾ ਸੀ। ਜੇ ਇਸੇ ਤਰ੍ਹਾਂ ਲੋਕ ਕਰਨ ਲੱਗ ਪਏ ਫਿਰ ਸਾਡਾ ਕੀ ਬਣੂਗਾ? ਹੋਰ ਕੋਈ ਤਰੀਕਾ ਲੱਭਣਾ ਪੈਣਾ ਹੈ ਸਾਨੂੰ, ਨਹੀਂ ਤਾਂ ਬੱਚੇ ਭੁੱਖੇ ਮਰ ਜਾਣਗੇ। ਤੇ ਪੰਡਿਤ ਜੀ ਨੇ ਉਹ ਤਾਂ ਆਪਣੇ ਮਨ ਨੂੰ ਟਿਕਾ ਲਿਆ, ਪਰ ਅਸੀਂ ਸਿੱਖਾਂ ਨੇ ਗੁਰਬਾਣੀ ਨਹੀਂ ਪੜ੍ਹੀ। ਆਓ ਇੱਕ ਸ਼ਬਦ ਵੀ ਆਪਾਂ ਗੁਰਬਾਣੀ ਚੋਂ ਪੜ੍ਹ ਲਈਏ, ਜਿਹੜਾ ਕਿ 332 ਪੰਨੇ ਦੇ ਉੱਤੇ ਸੁਭਾਈਮਾਨ ਹੈ। ਜੀਵਤ ਪਿਤਰ ਨ ਮਾਨੈ ਕੋਊ, ਮੂੰਹੇ ਸਰਾਧ ਕਰਾਹੀ। ਜਿਉਂਦੇ ਬਜ਼ੁਰਗਾਂ ਦੀ ਤਾਂ ਕੋਈ ਸੇਵਾ ਨਹੀਂ ਕਰਦਾ, ਤੇ ਮਰੇ ਤੋਂ ਉਹਦੇ ਵਾਸਤੇ ਪੁਜਾਰੀਆਂ ਨੂੰ ਭੋਜਨ ਪ੍ਰਸ਼ਾਦਾ ਛਕਾਉਂਦੇ ਨੇ। ਪਿਤਰ ਪੀ ਬੱਪਰੇ ਕਹੋ ਕਿਉਂ ਪਾਵੈ, ਕਊਆ ਕੂਕਰ ਖਾਹੀ। ਇਹ ਪਿਤਰਾਂ ਨੂੰ ਤਾਂ ਕੁਝ ਨਹੀਂ ਪਹੁੰਚਦਾ, ਕਾਵਾਂ ਨੂੰ ਕੁੱਤਿਆਂ ਨੂੰ ਸਾਰਾ ਕੁਝ ਪਹੁੰਚ ਜਾਂਦਾ ਹੈ, ਤੇ ਕਾਂ ਕੁੱਤੇ ਹੀ ਇਹ ਖਾਂਦੇ ਨੇ। ਮੋਕੋ ਕੁਸਲ ਬਤਾਵੋ ਕੋਈ, ਭਾਈ ਮੈਨੂੰ ਸੁਖ ਸਾਨ ਦਾ ਅਸਲੀ ਪਤਾ ਦਿਓ, ਉੱਪਰੋਂ ਲਿਆ ਕੇ ਜੇ ਕੋਈ ਉੱਪਰ ਜਾਂਦਾ ਤਾਂ। ਕੁਸਲ ਕੁਸਲ ਕਰਤੇ ਜਗ ਬਿਨਸੈ, ਕੁਸਲ ਵੀ ਕੈਸੇ ਹੋਈ ਰਹਾਓ। ਸਾਰੇ ਆਖੀ ਜਾਂਦੇ ਨੇ ਸਭ ਠੀਕ ਹੈ, ਸਭ ਖੁਸ਼ੀਆਂ ਨੇ, ਸਭ ਖੇੜਾ ਹੈ, ਤੇ ਪਰ ਸਾਰੇ ਲੋਕ ਮਰਦੇ ਜਾ ਰਹੇ ਨੇ, ਕੁਰਾਹੇ ਪੈ ਚੁੱਕੇ ਨੇ, ਲੁੱਟੇ ਜਾ ਰਹੇ ਨੇ। ਇਹ ਖੁਸ਼ੀਆਂ ਕਿਵੇਂ ਹੋ ਗਈਆਂ ਤੁਹਾਡੀਆਂ ਫਿਰ? ਮਾਟੀ ਕੇ ਘਰ ਦੇਵੀ ਦੇਵਾ, ਤਿਸ ਆਗੈ ਜਿਉ ਦੇਹੀ। ਇਹ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਇਹਨਾਂ ਦੇ ਅੱਗੇ ਜੀਵਾਂ ਦੀ ਮੂਰਖ ਲੋਕ ਬਲੀ ਵੀ ਦਿੰਦੇ ਨੇ। ਐਸੇ ਪਿਤਰ ਤੁਮਾਰੇ ਕਈਆਂ, ਆਪਨ ਕਹਿਆ ਨਾ ਲੇਹੀ। ਇਹ ਤੁਹਾਡੇ ਵੱਡੇ ਵਡੇਰੇ ਮਰ ਚੁੱਕੇ ਇਹੋ ਜਿਹੇ ਨੇ, ਆਪਣੀ ਮਰਜ਼ੀ ਨਾਲ ਉਹ ਕੁਝ ਨਹੀਂ ਖਾ ਪੀ ਸਕਦੇ। ਤੁਸੀਂ ਇੱਥੋਂ ਸਾਲ ਪਿੱਛੋਂ ਕੋਈ ਚੀਜ਼ ਭੇਜੋ ਤਾਂ ਉਹਨਾਂ ਨੂੰ ਢਿੱਡ ਭਰਨ ਨੂੰ ਕੁਝ ਰੋਟੀ ਮਿਲਦੀ ਹੈ। ਇਹ ਸਾਰਾ ਕੁਫਰ ਤੋਲਿਆ ਗਿਆ ਪੁਜਾਰੀ ਵੱਲੋਂ। ਸਰਜੀਓ ਕਾਟੈ ਨਿਰਜੀਓ ਪੂਜੈ, ਜੀਵਤ ਜਾਨਵਰ ਨੂੰ ਕੱਟਿਆ ਜਾਂਦਾ ਹੈ। ਪੱਥਰ ਦੀ ਮੂਰਤੀ ਜਿਹੜੀ ਨਿਰਜਿੰਦ ਹੈ ਉਹਦੀ ਪੂਜਾ ਕੀਤੀ ਜਾਂਦੀ ਹੈ। ਅੰਤ ਕਾਲ ਕੋ ਭਾਰੀ, ਇਹ ਤਾਂ ਬਹੁਤ ਭਾਰ ਲੱਦਿਆ ਜਾ ਰਿਹਾ ਤੁਹਾਡੇ ਉੱਤੇ, ਭਾਵ ਕਿ ਜ਼ੁਲਮ ਕਰ ਰਹੇ ਹੋ ਤੁਸੀਂ। ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੂਬੇ ਸੰਸਾਰੀ। ਪਰਮਾਤਮਾ ਦੇ ਗੁਣਾਂ ਨੂੰ, ਉਹਦੇ ਗਿਆਨ ਨੂੰ ਨਹੀਂ ਸਮਝਿਆ, ਤੇ ਇਸੇ ਤਰ੍ਹਾਂ ਪੁਜਾਰੀ ਦੇ ਡਰਾਏ ਹੋਏ ਲੋਕ ਮਾਨੋ ਡੁੱਬ ਰਹੇ ਨੇ, ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਣਾ। ਇਹ ਦੇਵੀਆਂ ਦੇਵਤਿਆਂ ਦੀ ਪੂਜਾ ਵੀ ਕਰਦੇ ਨੇ ਤੇ ਡਰੇ ਹੋਏ ਵੀ ਬਹੁਤ ਨੇ ਲੋਕ। ਪਾਰ ਬ੍ਰਹਮ ਪਰਮਾਤਮਾ ਨੂੰ ਜਾਣਿਆ ਹੀ ਨਹੀਂ ਹੈ। ਕਹਿਤ ਕਬੀਰ ਅਕੁਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਕਬੀਰ ਜੀ ਕਹਿੰਦੇ ਨੇ ਉਹ ਜਿਹੜਾ ਕੁਲ ਤੋਂ ਰਹਿਤ ਪਰਮਾਤਮਾ ਹੈ, ਸਾਰਿਆਂ ਦੇ ਅੰਦਰ ਵਸਦਾ ਹੈ, ਉਹਨੂੰ ਚੇਤਾ ਹੀ ਨਹੀਂ ਕੀਤਾ, ਯਾਦ ਹੀ ਨਹੀਂ ਕੀਤਾ। ਜ਼ਹਿਰ ਰੂਪੀ ਪਦਾਰਥਾਂ 'ਚ ਬੰਦਾ ਉਲਝ ਕੇ ਰਹਿ ਗਿਆ, ਜਾਂ ਫਿਰ ਕਹਿ ਲਈਏ ਪੁਜਾਰੀਆਂ ਨੇ ਉਲਝਾ ਕੇ ਰੱਖ ਦਿੱਤਾ, ਤੇ ਅਸੀਂ ਆਪ ਸਟੱਡੀ ਤਿਆਰੀ ਪੜ੍ਹਾਈ ਨਹੀਂ ਕੀਤੀ, ਇਸ ਕਰਕੇ ਅਸੀਂ ਪੁਜਾਰੀਆਂ ਦੇ ਜਾਲ 'ਚ ਫਸ ਕੇ ਰਹਿ ਗਏ। ਗੁਰੂ ਪਿਆਰ ਵਾਲਿਓ, ਅਸੀਂ ਇਹਨਾਂ ਭਰਮਾਂ 'ਚ, ਵਹਿਮਾਂ 'ਚ, ਪਖੰਡਾਂ 'ਚ ਨਹੀਂ ਪੈਣਾ, ਤੇ ਅਸੀਂ ਸਦਾ ਹੀ ਇੱਕ ਅਕਾਲ ਪੁਰਖ ਨੂੰ ਮੰਨਣਾ ਹੈ, ਤੇ ਆਪਣੇ ਬਜ਼ੁਰਗਾਂ ਦੀ ਜਾਂ ਹੋਰ ਲੋੜਵੰਦਾਂ ਦੀ ਇੱਥੇ ਹੀ ਜਿਉਂਦੇ ਜੀ ਉਹਨਾਂ ਦੀ ਸੇਵਾ ਕਰਨੀ ਹੈ ਜਿੰਨੀ ਕਰ ਸਕੀਏ, ਨਾ ਕਿ ਮਰਨ ਤੋਂ ਬਾਅਦ ਉਹਨਾਂ ਦੇ ਨਿਮਿਤ ਪੁਜਾਰੀਆਂ ਨੂੰ ਦਾਨ ਦਸ਼ਨਾ ਦੇਣੀ ਹੈ। ਇਹਦੀ ਕੋਈ ਲੋੜ ਨਹੀਂ। ਆਖੋ ਸਤਨਾਮ।